सो एक अणचाही होंद दे वांग मैं जन्म लिया ते जिस जदों मैनू ये पता लग्या ते मैं इहदे बारे सुचेत हुई ते शायद वही समा सी जदों मेरे अंदर हो सकता है उदों ही मेरे अंदर विद्रोह के बीज सी जड़े वो पनपने शुरू हो गए। ते मैं सवाल किया भी मैनू भी क्यों नहीं 2 रुपए दिते, उदों कागज के रुपये हुंदे सी तां वो कहंदे तू कुड़ी है इस करके। ते मैं क्या बई उन्होंने रुपए नूं पाड़ दिता ते मैं क्या लो जी मेरे भी 2 हो गए कि मेरे अंदर ऐसी इच्छा सी कि जो कुड़ी नूं अणचाया मन्निया जाता है भी वो नहीं होना चाहिए। दुनिया के दर्शकों, अज असी तुहाडे सन्मुख दहलीज दे आर पार हो रहे हैं। साडे विच डॉक्टर पाल कौर पंजाबी दी प्रसिद्ध कवित्री साडे नाल ने ते असी अज उन्हां बारे, उन्हां दी जिंदगी बारे, समाज बारे, औरतां बारे ते सब तो ज़्यादा असी उन्हां दी रचन प्रक्रिया बारे उन्हां नाल गलबात करांगे। पाल कौर जी, बहुत बहुत स्वागत है तुहाडा पंजाबी दुनिया दे चैनल ते। शुक्रिया जी, बहुत बहुत। अज असी तुहाडी ही कविता दे तो असी दहलीज दे आर पार असी प्रोग्राम तुहाडे तो शुरू करन लगे हैं। ये प्रोग्राम औरतां बारे है और असी अज चाहांगे कि आपां अज खुलियां गल्लां करिए। जी जी जी, वो खुलियां गल्लां ਜਿਹੜੀਆਂ ਅਸੀਂ ਦਹਲੀਜ਼ ਦੇ ਅੰਦਰ ਕਰਦੇ ਆਂ ਤੇ ਜਿਹੜੀਆਂ ਔਰਤਾਂ ਨੂੰ ਦਹਲੀਜ਼ ਦੇ ਪਾਰ ਕਰਨੀਆਂ ਚਾਹੀਦੀਆਂ। ਸੋ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿਆਂ ਕਿ ਪਾਲ ਕੌਰ ਜਿਨ੍ਹਾਂ ਨੇ 10 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਖਲਾਵਾਸੀ, ਮੈਂ ਮੁਖਾਤਿਬ ਹਾਂ ਤੇ ਇਸ ਤਰੀਕੇ ਦੇ ਨਾਲ ਸਭ ਤੋਂ ਜਿਹੜੀ ਉਹਨਾਂ ਦੀ ਪੁਸਤਕ ਹੈ ਜਿਹੜੀ ਜਿਸਨੇ ਬਹੁਤ ਧਿਆਨ ਖਿੱਚਿਆ, ਹੁਣ ਨਹੀਂ ਮਰਦੀ ਨਿਰਮਲਾ, ये उन्होंने पिछले 2 साल पहला आई पुस्तक है। पर सब तो ज़्यादा जिहड़ियां हादसियां भरपूर उन्होंने जिंदगी है वो है 2 गम गाफिल 2 गम काफिर, जो दम काफिल, हाँ जो दम गाफिल 100 दम काफिर। मैनू नहीं लगता पाल कौर काफिर भी ने ते गाफिल भी ने, दोनों ही चीज़ों नाल मैं ज़्यादा नहीं, ये गाफिल भी ने ते काफिर नहीं है। सो इस तरीके दे नाल एक होर बहुत महत्वपूर्ण तुहाडी पुस्तक है मीरा। हाँ जी, हाँ जी, पींग है मीरा, वो ਜਿਹੜੀਆਂ ਸਾਡੀਆਂ ਔਰਤਾਂ ਦੇ ਸੰਸਿਆ ਬਾਰੇ, ਫਿਕਰਾਂ ਬਾਰੇ, ਉਹਨਾਂ ਦੇ ਹਾਦਸਿਆਂ ਬਾਰੇ ਤੁਹਾਡੀ ਪੁਸਤਕ ਹੈ। ਖਾਸ ਕਰਕੇ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਕਿ ਆਪਣੀ ਵਰਕਿੰਗ ਔਮਨ ਹੋਸਟਲ 'ਚ ਤੁਸੀਂ ਰਹੇ ਹੋ। ਸੋ ਪਹਿਲਾਂ ਮੈਂ ਤੁਹਾਨੂੰ ਪੁੱਛਾਂਗੀ ਕਿ ਤੁਸੀਂ ਥੋੜਾ ਜਿਹਾ ਆਪਣੇ ਬਚਪਨ ਬਾਰੇ, ਜਿਹੜਾ ਸਧਾਰਨ ਬਚਪਨ ਔਰਤਾਂ ਦਾ, ਕੁੜੀਆਂ ਦਾ, ਗੁੱਡੀਆਂ ਪਟੋਲਿਆਂ ਨਾਲ ਖੇਡਣ ਦਾ ਸੀ ਜਾਂ ਪੁਸਤਕਾਂ ਨਾਲ ਖੇਡਣ ਦਾ ਸੀ ਤੇ ਜਾਂ ਸ਼ਬਦਾਂ ਦੇ ਨਾਲ ਖੇਡਣ ਦਾ ਸੀ, ਤੁਸੀਂ ਆਪਣਾ ਬਚਪਨ ਤੇ ਕਾਲਜ ਤੱਕ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਹੋ, ਕਿਉਂਕਿ ਤੁਹਾਡਾ ਜਿਹੜਾ ਹੈ ਮੈਂ ਇਹ ਸਮਝਦੀ ਹਾਂ ਕਿ ਤੁਸੀਂ ਆਪਣੀ ਕਾਲਜ ਲਾਈਫ ਤੋਂ ਇੱਕ ਸੁਚੇਤ, ਸੂਝਵਾਨ, ਜੁਝਾਰੂ ਤੇ ਵਿਦਰੋਹੀ ਇੱਕ ਨੌਜਵਾਨ ਮੁਟਿਆਰ ਦੇ ਤੌਰ ਤੇ ਜਾਣੇ ਜਾਂਦੇ ਹੋ। ਤੇ ਉਹੀ ਜਿਹੜੀ ਔਰਤਾਂ ਦੀ ਮਨ ਦੇ ਵਿੱਚ ਵਿਦਰੋਹ ਹੈ ਜਾਂ ਹਿੰਸਾ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਅੱਗੇ ਜਾ ਕੇ ਅਸੀਂ ਉਹਨੂੰ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਤੁਸੀਂ ਉਹਨੂੰ ਤੱਕਦੇ ਹੋ, ਆਪਣੀ ਪਰਸਨਲ ਜ਼ਿੰਦਗੀ ਜਾਂ ਮੈਂ ਕਹਿੰਦੀ ਸਵੈ ਤੋਂ ਪਰ ਤੱਕ ਦਾ ਸਫ਼ਰ ਜਿਹੜਾ ਹੈ, ਜਦੋਂ ਤੁਸੀਂ ਅੱਖਾਂ ਖੋਲ ਰਹੇ ਹੋ ਸੁਚੇਤ ਤੌਰ ਤੇ, ਸਾਨੂੰ ਉਹਦੇ ਬਾਰੇ ਗੱਲ ਕਰੋ, ਬਚਪਨ ਦੀ ਤੇ ਅੱਖਾਂ ਖੋਲਣ ਤੱਕ ਦੇ ਸਫ਼ਰ ਦੀ। मैं जिस तरह कि अज तो 60-70 साल पहला साडे समाज दे विच जो कुड़ी दी आमद हुंदी है तां ओह उस तरह दी आमद सी मेरी जो कि मैनू बाद च जाके पता लगी। मैनू छोटे हुंदियां तां की पता लगनी सी, जदों मैनू पता लगी कि भी मेरी आमद किवें होई, क्योंकि मेरे तो वड्डियां 5 भैणां सीगियां और फिर 2 भरा होए ते मैं सब तो छोटी हाँ। उदों कुड़ी दी लोड़ नहीं सी। सो एक अणचाही होंद दे वांग मैं जन्म लिया ते जिस जदों मैनू ये पता लग्या ते मैं इहदे बारे सुचेत हुई ते शायद वही समा सी जदों मेरे अंदर
ਹੋ ਸਕਦਾ ਉਦੋਂ ਹੀ ਮੇਰੇ ਅੰਦਰ ਵਿਦਰੋਹ ਦੇ ਬੀਜ ਸੀ ਜਿਹੜੇ ਉਹ ਪਣਪਣੇ ਸ਼ੁਰੂ ਹੋ ਗਏ ਕਿ ਜੋ ਸਵਾਲ ਸੀਗੇ ਮੇਰੇ ਕੁੜੀਆਂ ਨੂੰ ਲੈ ਕੇ, ਜੋ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਵਰਜਣਾਵਾਂ ਹੁੰਦੀਆਂ ਕਿ ਕੁੜੀ ਨੂੰ ਕਿਹਾ ਵੀ ਤੂੰ ਇਹ ਨਹੀਂ ਕਰਨਾ, ਤੂੰ ਇਹ ਕਰਨਾ, ਤੂੰ ਇੱਥੇ ਖੜੇ ਨਹੀਂ ਹੋਣਾ, ਤੂੰ ਇੱਥੇ ਬੈਠਣਾ ਨਹੀਂ। ਇਹਦੇ ਵਿੱਚ ਹੀ ਬਚਪਨ ਜਿਹੜਾ ਹੈ ਉਹ ਕੁੜੀਆਂ ਦਾ ਬੀਤਦਾ ਹੈ। ਸੋ ਮੇਰਾ ਵੀ ਇਸ ਤਰ੍ਹਾਂ ਦਾ ਬੀਤਿਆ, ਲੇਕਿਨ ਮੇਰੇ ਨਾਲ ਇਹ ਜ਼ਿੱਦ ਸੀ। ਜਿਵੇਂ ਆਮ ਤੌਰ 'ਤੇ ਮੈਂ ਕਈ ਵਾਰੀ ਮਿਸਾਲ ਦਿੰਦੀ ਹਾਂ ਕਿ ਵੀ ਜਦੋਂ ਮੈਂ ਛੋਟੀ ਸੀਗੀ, ਅਚੇਤ, ਇਹ ਅਚੇਤ ਹੈ, ਇਹ ਸੋਚ ਸਮਝ ਕੇ ਨਹੀਂ ਹੈ ਕਿ ਜਿਸ ਤਰ੍ਹਾਂ ਬਈ ਅਸੀਂ ਮੇਲੇ ਤੇ ਜਾਂ ਪਿੰਡ ਦੇ ਵਿੱਚ ਮੇਲਾ ਲੱਗਿਆ ਤੇ ਮੇਰੇ ਭਰਾਵਾਂ ਨੂੰ 2-2 ਰੁਪਏ ਦਿੱਤੇ ਤੇ ਮੈਨੂੰ 1 ਰੁਪਿਆ ਦਿੱਤਾ, ਤੇ ਮੈਂ ਸਵਾਲ ਕੀਤਾ ਵੀ ਮੈਨੂੰ ਵੀ ਕਿਉਂ ਨਹੀਂ 2 ਰੁਪਏ ਦਿੱਤੇ। ਉਦੋਂ ਕਾਗਜ਼ ਦੇ ਰੁਪਏ ਹੁੰਦੇ ਸੀ, ਤਾਂ ਉਹ ਕਹਿੰਦੇ ਤੂੰ ਕੁੜੀ ਹੈ ਇਸ ਕਰਕੇ। ਤੇ ਮੈਂ ਕਿਹਾ ਬਈ ਉਹਨੂੰ ਰੁਪਏ ਨੂੰ ਪਾੜ ਦਿੱਤਾ ਤੇ ਮੈਂ ਕਿਹਾ ਲਓ ਜੀ ਮੇਰੇ ਵੀ 2 ਹੋ ਗਏ। ਇਹਦਾ ਮਤਲਬ ਇਹ ਹੋਇਆ ਕਿ ਸੁਚੇਤ, ਇਹ ਅਚੇਤ, ਉਦੋਂ ਮੈਂ ਕੋਈ ਥੋੜਾ ਕੋਈ ਫੈਮਿਨਿਜ਼ਮ ਪੜਿਆ ਸੀਗਾ। ਸੋ ਇਹ ਅਚੇਤ ਆਪਣੇ ਆਪ ਦੀ ਪਛਾਣ ਕਾਇਮ ਕਰਨਾ, ਆਪਣੀ ਹੋਂਦ ਨੂੰ ਅਣਚਾਹੀ ਤੋਂ ਬਾਹਰ ਕੱਢਣ ਦਾ ਜਿਹੜਾ ਸੀਗਾ ਇਹ ਬਹੁਤ ਛੇਤੀ ਮੇਰੇ ਅੰਦਰ ਆ ਗਿਆ ਸੀਗਾ। ਦਰਸ਼ਕੋ, ਮੈਂ ਇੱਕ ਛੋਟੀ ਜੀ ਕਵਿਤਾ ਦਾ ਇੱਕ ਬੰਦ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਖੱਬਲ ਕਵਿਤਾ ਹੈ ਪਾਲ ਦੀ, ਜਿਹੜੀ ਉਹਨਾਂ ਦੇ ਸਰਨਾਮੇ ਦੇ ਤਰ੍ਹਾਂ ਹੋ ਗਈ ਹੈ, ਜਾਂ ਖੱਬਲ ਕਹਾਂਗੇ ਆਪਾਂ ਤੇ ਪਾਲ ਕੌਰ ਦੀ ਯਾਦ ਆਉਂਦੀ ਹੈ। ਪਾਲ ਕੌਰ ਕਹਾਂਗੇ ਤੇ ਖੱਬਲ ਕਵਿਤਾ ਨਾਲ ਦੀ ਨਾਲ ਉਹਦੇ ਬਰਾਬਰ ਤੇ ਆ ਕੇ ਖੜੀ ਹੋ ਜਾਂਦੀ ਹੈ। ਜਦੋਂ ਮੈਂ ਜੰਮੀ ਸਾਂ ਮੈਨੂੰ ਦੇਖ ਕੇ ਕਿਸੇ ਨੇ ਪਿੱਠ ਕਰ ਲਈ ਸੀ। ਜਦੋਂ ਮੈਂ ਜੰਮੀ ਸਾਂ ਮੈਨੂੰ ਦੇਖ ਕੇ ਕਿਸੇ ਨੇ ਪਿੱਠ ਕਰ ਲਈ ਸੀ। ਕਿਸੇ ਨੇ ਮੂੰਹ ਫੇਰ ਲਿਆ ਸੀ। ਜਿਵੇਂ ਕਹਿੰਦੇ ਨੇ ਬੱਚਾ 21 ਦਿਨਾਂ ਵਿੱਚ ਆਪਣੇ ਪਿਓ ਦੀ ਪੱਗ ਪਛਾਣ ਲੈਂਦਾ ਹੈ, ਮੈਂ ਪਿੱਠ ਪਛਾਣ ਲਈ ਸੀ। ਕਿ ਇਸ ਤਰ੍ਹਾਂ ਦੀਆਂ ਪਿੱਠਾਂ ਜਦੋਂ ਤੁਸੀਂ ਸੁਚੇਤ ਤੌਰ ਤੇ ਅਚੇਤ ਦਾ ਜਿਹੜਾ ਤੁਹਾਡਾ ਸਫ਼ਰ ਸੀ ਉਹਨੂੰ ਤੁਸੀਂ ਸੁਚੇਤ ਤੌਰ ਤੇ ਪਛਾਣਿਆ, ਤੇ ਇਹ ਪਿੱਠਾਂ ਬਹੁਤ ਸਾਰੀਆਂ ਔਰਤਾਂ ਨੇ ਵੀ ਸਮਾਜ ਦੇ ਵਿੱਚ ਦੇਖੀਆਂ ਨੇ, ਪਰ ਉਹਨੂੰ ਪਹਿਚਾਨਣ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਪਾਲ ਦੇ ਵਿੱਚ ਜਦੋਂ ਉਹ ਪੋਸਟ ਗ੍ਰੈਜੂਏਟ ਜਾਂ MA ਕਰ ਰਹੇ ਸੀ, BA ਕਰ ਰਹੇ ਸੀ, ਉਹ ਆ ਗਈ ਸੀ। ਤੇ ਮੇਰਾ ਖਿਆਲ ਹੈ ਬਹੁਤ ਸਾਰੀਆਂ ਔਰਤਾਂ ਚ ਆਉਂਦੀ ਹੈ, ਪਰ ਜਿਹੜੀ ਕਹਿਣ ਦੀ ਯੁਰਤ ਹੈ ਉਹ ਪਾਲ ਨੇ ਕੀਤੀ। ਤੇ ਇਹ ਜਿਹੜਾ ਇੱਕ ਚੁੱਪ ਤੋਂ ਬੋਲਣ ਤੱਕ ਦਾ ਸਫ਼ਰ ਹੈ ਉਹਦੇ ਵਿੱਚ ਕਿੰਨੀਆਂ ਚੁਣੌਤੀਆਂ ਤੇ ਕਿੰਨੇ ਤੁਹਾਡੇ ਜਿਹੜੀਆਂ ਟੱਕਰਾਂ ਨੇ ਜਾਂ ਤੁਹਾਡੇ ਅੰਦਰੋਂ ਹੋਇਆ ਲਹੂ ਲਹਾਨ ਜਿਹੜਾ ਹੈ ਉਹ ਕਿੰਨਾ ਸੀ, ਉਹ ਕਿਸ ਤਰ੍ਹਾਂ ਤੁਸੀਂ ਉਹਨੂੰ ਐਡਰੈਸ ਕੀਤਾ? ਨਹੀਂ, ਇਹ ਵੈਸੇ ਸਹਿਜ ਤਰੀਕੇ ਨਾਲ ਚੱਲਿਆ ਜਿਹੜਾ ਮੇਰਾ ਲਿਖਣ ਦਾ ਸਫ਼ਰ ਹੈ। ਕਿਉਂਕਿ ਜਦੋਂ ਮੈਂ ਆਪਣੇ ਅੰਦਰ ਇਹ ਤੈਅ ਕਰ ਲਿਆ ਕਿ ਮੈਂ ਕੁਝ ਕਰਨਾ ਹੈ, ਮੈਂ ਪੜ੍ਹਨਾ ਹੈ, ਮੈਂ ਮੇਰੇ ਅੰਦਰ ਇੱਕ ਐਸੀ, ਉਹਨੂੰ ਜ਼ਿੱਦ ਵੀ ਕਹਿ ਸਕਦੇ ਹੋ, ਉਹਨੂੰ ਦ੍ਰਿੜਤਾ ਵੀ ਕਹਿ ਸਕਦੇ ਹੋ ਕਿ ਮੇਰੇ ਅੰਦਰ ਐਸੀ ਇੱਛਾ ਸੀ ਕਿ ਜੋ ਕੁੜੀ ਨੂੰ ਅਣਚਾਹਿਆ ਮੰਨਿਆ ਜਾਂਦਾ ਹੈ ਵੀ ਉਹ ਨਹੀਂ ਹੋਣਾ ਚਾਹੀਦਾ। ਤਾਂ ਉਹਦੇ ਵਿੱਚ ਜੋ ਮੈਨੂੰ ਰਸਤਾ ਜਿਹੜੀ ਹੈ ਕੁਦਰਤ ਵਿਖਾਉਂਦੀ ਗਈ ਤੇ ਉਹ ਰਸਤਾ ਮੈਂ ਅਖਤਿਆਰ ਕਰਦੀ ਗਈ। ਤਾਂ ਉਹਦੇ ਵਿੱਚ ਵੈਸੇ ਮੇਰੇ ਜੋ ਪਿਤਾ ਸੀਗੇ ਉਹ ਕਵਿਤਾ ਲਿਖਦੇ ਸੀ, ਲੇਕਿਨ ਧਾਰਮਿਕ ਕਵਿਤਾ ਲਿਖਦੇ ਸੀ। ਤੇ ਉਹ ਇੱਕ ਕਵਿਤਾ ਦਾ ਮੁਹਾਵਰਾ ਜਿਹੜਾ ਹੈ ਉਹ ਮੇਰੇ ਪਰਿਵਾਰ 'ਚ ਪਿਆ ਸੀ। ਉਸ ਤੋਂ ਬਾਅਦ ਮੇਰੇ ਜਿਹੜੇ ਵੱਡੇ ਭਰਾ ਸੀਗੇ ਉਹਨਾਂ ਨੇ ਹੋਰ ਸਾਹਿਤ ਵੀ ਘਰ 'ਚ ਲਿਆਉਣਾ ਸ਼ੁਰੂ ਕਰਤਾ। ਉਸ ਵੇਲੇ ਪ੍ਰੀਤ ਲੜੀ, RC ਇਹ ਮੈਗਜ਼ੀਨ ਆਉਂਦੇ ਸੀਗੇ, ਨਾਵਲ, ਕਹਾਣੀਆਂ, ਕਵਿਤਾ ਦੀਆਂ ਕਿਤਾਬਾਂ ਘਰ 'ਚ ਆਉਣੀਆਂ ਸ਼ੁਰੂ। ਮੈਂ ਹਾਲੇ ਬਹੁਤ ਛੋਟੀ, ਮਤਲਬ 5ਵੀਂ 6ਵੀਂ 'ਚ ਪੜ੍ਹਦੀ ਹੋਵਾਂਗੀ, ਤਾਂ ਮੈਨੂੰ ਉਹ ਪੜ੍ਹਨਾ ਮੈਨੂੰ ਅਲਾਉਡ ਨਹੀਂ ਸੀ, ਕਿਉਂਕਿ ਮੇਰੇ ਮਾਤਾ ਜੀ ਜਿਹੜੇ ਨੇ ਉਹ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਇੱਕ ਮੁੰਡਾ ਕਮਿਊਨਿਸਟ ਹੋ ਗਿਆ, ਕਮਿਊਨਿਸਟ ਨੂੰ ਕਹਿੰਦੇ ਸੀ ਇੱਕ ਮੁੰਡਾ ਜਿਹੜਾ ਉਹ ਕਮਿਊਨਿਸਟ ਹੋ ਗਿਆ ਤੇ ਹੁਣ ਇਹ ਹੋਰ ਨਾ ਕੋਈ ਪੜ੍ਹੇ ਇਹ। ਲੇਕਿਨ ਮੈਂ ਉਹਨੂੰ ਆਪਣੇ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਲੁਕੋ ਕੇ ਉਹ ਪੜ੍ਹਦੀ ਹੁੰਦੀ ਸੀ। ਤੇ ਉਹ ਫਿਰ ਪੜ੍ਹਨ 'ਚ ਮੈਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜਾ ਉਹ ਗੁਬਾਰ ਮੇਰੇ ਅੰਦਰ ਹੈ, ਜਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਮੇਰਾ ਕਰਨ ਨੂੰ ਜੀ ਕਰਦਾ ਹੈ, ਔਰ ਪਿੱਠਾਂ ਵਾਲਾ
ਜਿਹੜਾ ਉਹ ਕੋਈ ਪੜ੍ਹ ਨਹੀਂ ਸਕਦਾ, ਕੋਈ ਸੁਣ ਨਹੀਂ ਸਕਦਾ। ਪੇਠੀ ਹੈ ਸਮਾਜ ਦੀ, ਕੁੜੀ ਵੱਲ ਔਰਤ ਵੱਲ ਬਹੁਤੀ ਸਮਾਜ ਦੀ ਪੇਠੀ ਹੁੰਦੀ ਹੈ। ਕੋਈ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਦੇ ਸਵਾਲ ਨਹੀਂ ਸੁਣਦਾ, ਸਦੀਆਂ ਤੋਂ ਹੀ ਇਹ ਹੈ। ਸੋ ਮੈਂ ਆਪਣੇ ਉਹ ਸਵਾਲ, ਆਪਣੇ ਉਹ ਗੱਲਾਂ ਜਿਹੜੀਆਂ ਨੇ ਉਹ ਫਿਰ ਕਵਿਤਾ 'ਚ ਕਹਿਣੀਆਂ ਸ਼ੁਰੂ ਕੀਤੀਆਂ। ਪਹਿਲੀ ਆਜ਼ਾਦੀ ਦਾ ਅਹਿਸਾਸ ਕਿਸ ਦਿਨ ਹੋਇਆ ਤੁਹਾਨੂੰ ਕਿ ਮੈਂ ਕਿਸੇ ਦੀ ਅਧੀਨਗੀ ਤੋਂ, ਜਿਵੇਂ ਸਾਡਾ ਸਮਾਜ ਹੈ ਉਹ ਕਹਿੰਦੇ ਜੀ ਔਰਤ 3 ਪੱਪਿਆਂ ਦੀ ਗੁਲਾਮ ਹੈ, ਪਹਿਲਾਂ ਪਿਤਾ ਦੀ, ਫਿਰ ਜਿਹੜਾ ਹੈ ਉਹ ਪੁੱਤਰ ਦੀ, ਪਤੀ ਦੀ, ਤੇ ਉਹ ਜਿਹੜੀ ਇੱਕ ਪਲ ਹੁੰਦਾ ਜਦੋਂ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਹੁਣ ਆਪਣੇ ਤਰੀਕੇ ਨਾਲ ਜਿਉ ਸਕਦੀ ਹਾਂ। ਕੀ ਉਹਦੇ ਵਿੱਚ ਇੱਕ ਔਰਤ ਦੀ ਆਰਥਿਕ ਆਜ਼ਾਦੀ ਦਾ ਕਿੰਨਾ ਕੁ ਵੱਡਾ ਰੋਲ ਮੰਨਦੇ ਹੋ? ਆਰਥਿਕ ਆਜ਼ਾਦੀ ਦਾ ਤਾਂ ਰੋਲ ਹੈ ਪੂਰਾ, ਕਿਉਂਕਿ ਆਰਥਿਕ ਤੌਰ ਤੇ ਉਹ ਗੁਲਾਮ ਹੁੰਦੀ ਹੈ, ਕਿਉਂਕਿ ਉਹਦੇ ਕੋਲ ਘਰ, ਛੱਤ, ਰੋਟੀ, ਇਹ ਜੋ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੇ, ਜਿਹੜਾ ਇਹ ਪੂਰਾ ਕਰਦਾ ਸਾਨੂੰ ਉਹਦੇ ਕੀਤੇ ਹੋਏ ਫੈਸਲੇ ਲੈਣੇ ਪੈਂਦੇ ਨੇ। ਉਹਦੇ ਕੀਤੇ ਹੋਏ ਸਾਡੀ ਜ਼ਿੰਦਗੀ ਬਾਰੇ ਉਹੀ ਫੈਸਲੇ ਕਰਦੇ ਨੇ। ਤੇ ਜਦੋਂ ਅਸੀਂ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ, ਮੇਰੀ ਸਾਰੀ ਲੜਾਈ ਇਹੀ ਸੀ ਵੀ ਆਪਣੇ ਪੈਰਾਂ ਤੇ ਖੜੇ ਹੋਣਾ। ਉਹ ਪਲ ਕਿਹੜਾ ਸੀ, ਜਿਹੜਾ ਉਹ ਕਿਹੜਾ ਮੁਕਾਮ ਆਇਆ ਜਿਸ ਦਿਨ ਤੁਸੀਂ ਇਹ ਕਿਹਾ ਸੀ ਦਰਸ਼ਕਾਂ ਨਾਲ ਸਾਂਝ ਪਾਓ ਕਿ ਪਿੱਛੇ ਮੁੜ ਕੇ, ਜਿਵੇਂ ਨਹੀਂ ਪਿੱਛੇ, ਹਾਂ ਉਹ ਵੀ ਬਹੁਤ ਅਚੇਤ ਹੈ। ਉਹ ਇਸ ਤਰ੍ਹਾਂ ਹੈ ਕਿ ਵੀ ਮੇਰਾ ਵੱਡਾ ਭਰਾ ਸੀ ਜਿਹੜਾ ਮੇਰੇ ਤੋਂ ਵੱਡਾ ਸੀ, ਜਿਹੜਾ ਉਹ ਨਾ ਗੋਲੀਆਂ ਖੇਡਦੇ ਸੀ, ਬੰਟੇ ਖੇਡਦੇ ਮੁੰਡੇ ਬੱਚੇ ਖੇਡਦੇ ਆ, ਤੇ ਉਹ ਜਦੋਂ ਮੈਂ ਉਹਨੂੰ ਦੇਖਣਾ ਤੇ ਮੇਰਾ ਵੀ ਜੀ ਕਰਦਾ ਸੀ ਕਿ ਮੈਂ ਵੀ ਖੇਡਣੀਆਂ ਗੋਲੀਆਂ। ਤੇ ਉਹ ਮੈਨੂੰ ਮਨਾ ਕਰ ਦਿੱਤਾ ਗਿਆ ਵੀ ਕੁੜੀਆਂ ਨਹੀਂ ਗੋਲੀਆਂ ਖੇਡਦੀਆਂ। ਮੈਨੂੰ ਇਹੀ ਗੱਲ ਦਾ ਗੁੱਸਾ ਆਉਂਦਾ ਸੀ ਵੀ ਇਹ ਕਿਉਂ, ਬਈ ਇਹ ਕੰਮ ਕੁੜੀਆਂ ਨਹੀਂ ਕਰਦੀਆਂ, ਇਹ ਕੰਮ ਕੁੜੀਆਂ ਨਹੀਂ ਕਰਦੀਆਂ। ਤਾਂ ਮੇਰੇ ਅੰਦਰ ਸਹੀ ਜ਼ਿੱਦ, ਤੇ ਉਹ ਇੱਕ ਦਿਨ ਮੇਰੀ ਮਾਂ ਨੇ ਪੈਸੇ ਦਿੱਤੇ ਵੀ ਦੁਕਾਨ ਤੋਂ ਜਾ ਕੇ ਸਾਬਣ ਲੈ ਆਓ ਕੱਪੜੇ ਧੋਣ ਵਾਲਾ। ਉਹ 'ਚੋਂ ਜਿਹੜੇ ਪੈਸੇ ਬਚੇ ਮੈਂ ਉਹਦੀਆਂ ਗੋਲੀਆਂ ਖਰੀਦ ਲਈਆਂ। ਲੇਕਿਨ ਉਹਦੇ ਨਾਲ ਮੈਨੂੰ ਮਾਰ ਪਈ ਵੀ ਮੈਂ ਕਿਉਂ ਕੀਤਾ ਏਦਾਂ। ਪਰ ਫਿਰ ਮੇਰੇ ਅੰਦਰ ਇਹ ਰਿਹਾ ਕਿ ਵੀ ਮੈਂ ਤਾਂ ਗੋਲੀਆਂ ਖੇਡਣੀਆਂ, ਮੈਨੂੰ ਚਾਹੀਦੀਆਂ ਨੇ। ਫਿਰ ਉਹ ਜਿਹੜੀਆਂ ਕੁੜੀਆਂ ਨੇ ਨਾ ਉਹ ਜਾਂਦੀਆਂ ਸੀ ਮਿਰਚਾਂ ਚੁਗਣ, ਤੇ ਮੈਂ ਕੁੜੀਆਂ ਨਾਲ ਮਿਰਚਾਂ ਚੁਗਣ ਚਲੀ ਗਈ। ਸਾਰਾ ਦਿਨ ਮਿਰਚਾਂ ਚੁਗੀਆਂ, ਤੇ ਉਹ ਜਿੰਨੀਆਂ ਮਿਰਚਾਂ ਚੁੱਕ ਕੇ ਲਿਆਉਂਦੇ ਸੀ ਉਹਦੇ ਵਿੱਚੋਂ ਉਹ ਕੁਝ ਹਿੱਸਾ ਜਿਹੜਾ ਹੈ ਉਹ ਮਿਰਚਾਂ ਦਾ ਉਹ ਦੇ ਦਿੰਦੇ ਸੀ ਕੁੜੀਆਂ ਨੂੰ, ਤਾਂ ਕਿ ਉਹਦਾ ਮਿਹਨਤਾਨਾ। ਤਾਂ ਉਹ ਮਿਰਚਾਂ ਫਿਰ ਦੁਕਾਨ ਤੇ ਵੇਚ ਕੇ ਫਿਰ ਉਹਦੇ ਥੋੜੇ ਜਿਹੜੇ ਪੈਸੇ ਮਿਲੇ ਤੇ ਮੈਂ ਉਹਦੀਆਂ ਗੋਲੀਆਂ ਖਰੀਦੀਆਂ। ਉਹ ਅਹਿਸਾਸ ਮੇਰੇ ਅੰਦਰ ਬਹੁਤ ਛੋਟੀ ਸੀ ਮੈਂ ਬਚਪਨੇ ਤੋਂ ਹੀ, ਮਤਲਬ ਉਹ ਮੇਰੇ ਅਹਿਸਾਸ ਅੰਦਰ ਆਇਆ ਕਿ ਆਪ ਕਮਾ ਕੇ ਮੈਂ ਆਪਣੀ ਮਰਜ਼ੀ ਨਾਲ ਕਰ ਸਕਦੀ ਹਾਂ ਕੁਛ। ਲੇਕਿਨ ਉਹਦੇ ਵਿੱਚ ਨਾਲ ਇਹ ਵੀ ਅਹਿਸਾਸ ਸੀ ਵੀ ਮਿਰਚਾਂ ਉਹ ਮੇਰੇ ਹੱਥਾਂ 'ਚ, ਮੇਰੇ ਅੱਖਾਂ ਤੇ, ਮੂੰਹ ਤੇ, ਜਿੱਥੇ ਵੀ ਹੱਥ ਲੱਗਿਆ, ਸੋ ਕਮਾਉਣਾ ਔਖਾ ਤਾਂ ਹੈ, ਪਰ ਉਹਦੇ ਵਿੱਚ ਜਿਹੜੀ ਉਹਦੀ ਖੁਸ਼ੀ ਹੈ, ਤਸੱਲੀ ਕਿ ਉਹਦੀ ਜਿਹੜੀ ਤਸੱਲੀ ਹੈ ਕਿ ਜਦੋਂ ਤੁਸੀਂ ਆਪ ਕਮਾ ਸਕਦੇ ਹੋ ਤੇ ਤੁਸੀਂ ਆਪਣੇ ਫੈਸਲੇ ਆਪ ਲੈ ਸਕਦੇ ਹੋ। ਸੋ ਇਹ ਬੜਾ ਅਚੇਤ ਰੂਪ 'ਚ ਉਦੋਂ ਆਇਆ, ਲੇਕਿਨ ਇਹ ਮੇਰੇ ਨਾਲ ਫਿਰ ਵੱਡਾ ਹੁੰਦਾ ਗਿਆ। ਤੁਸੀਂ ਕਹਿ ਰਹੇ ਹੋ ਕਿ ਅਚੇਤ ਇੱਕ ਯਾਤਰਾ ਤੁਰਦੀ ਰਹੀ, ਹਾਂਜੀ, ਤੇ ਨਾਲ ਦੀ ਨਾਲ ਇੱਕ ਸੁਚੇਤ ਯਾਤਰਾ ਵੀ ਤੁਹਾਡੀ ਨਾਲ ਦੀ ਨਾਲ ਤੁਰੀ। ਹਾਂਜੀ, ਤੇ ਇਸ ਜਦੋਂ ਤੁਸੀਂ ਸੁਚੇਤ ਤੌਰ ਤੇ ਤੁਰਦੇ ਹੋ ਤੇ ਉਹ ਜਿਹੜਾ ਅਚੇਤ ਮਨ ਹੈ ਉਹ ਵੀ ਤੁਹਾਡੇ ਨਾਲ ਤੁਰਦਾ ਹੈ ਨਾ। ਤੇ ਫਿਰ ਤੁਸੀਂ ਇੱਕ ਕੌਨਸ਼ੀਅਸਲੀ ਆਪਣੀ ਇੱਕ ਵਿਵਸਾਏ ਲੱਭਦੇ ਹੋ, ਤੁਸੀਂ ਨੌਕਰੀ ਲੱਭਦੇ ਆ। ਹਾਂਜੀ, ਹਾਂ। ਤੇ ਉਹਦੇ ਲਈ ਤੁਸੀਂ ਪਹਿਲੀ ਨੌਕਰੀ ਤੁਹਾਡੀ ਕਿਹੜੀ ਸੀ ਜਿਹਦੇ ਵਿੱਚ ਤੁਹਾਨੂੰ ਲੱਗਿਆ ਕਿ ਹੁਣ ਮੈਂ ਸਟੇਬਲ ਹੋ ਗਈ ਆ, ਮੈਂ ਹੁਣ ਇਹ ਮੇਰਾ ਹੈ? ਜਿਸ ਤਰ੍ਹਾਂ ਕਿ ਤੁਸੀਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਪਾਲ ਕੌਰ ਅੰਬਾਲਾ ਜਿਹੜੇ ਕਾਲਜ ਦੇ ਵਿੱਚ ਪੜਾਉਂਦੇ ਰਹੇ ਨੇ, ਤੇ ਤੁਹਾਡੀ ਪਹਿਲੀ ਨੌਕਰੀ ਕੀ ਅੰਬਾਲਾ ਸੀ ਜਾਂ ਉਸ ਤੋਂ ਪਹਿਲਾਂ ਕਈ ਸਟੇਜਸ ਤੇ ਚੋਂ ਨਿਕਲੇ? ਕਈ ਸਟੇਜਸ ਨਿਕਲੀਆਂ ਏਦਾਂ। ਤੇ ਮੈਂ ਹਾਲੇ BA 'ਚ ਪੜ੍ਹਦੀ ਸੀ ਤੇ ਮੈਂ ਪਹਿਲੀ ਨੌਕਰੀ ਕੀਤੀ। ਉਦੋਂ ਮੈਨੂੰ ਪੜਾਉਂਦੇ ਨਹੀਂ ਸੀ। 5ਵੀਂ ਜਮਾਤ ਤੋਂ ਲੈ ਕੇ ਹਰ ਸਾਲ ਇਹ ਕਿਹਾ ਜਾਂਦਾ ਸੀ ਵੀ ਹੁਣ ਨਹੀਂ ਅੱਗੇ ਪੜਾਉਣਾ, ਤੇ ਮੇਰੀ ਸੀ ਜ਼ਿੱਦ ਕਿ ਵੀ ਮੈਂ ਪੜ੍ਹਨਾ ਹੈ। ਉਹ ਫਿਰ ਉਹਦੇ ਵਾਸਤੇ ਕਈ ਵਾਰੀ ਆਪਣੇ ਭਰਾ ਦੀ ਵੀ ਮਦਦ ਮਿਲ ਜਾਂਦੀ ਸੀ। ਉਹ ਘਰ ਦੇ ਵਿੱਚ ਮੇਰੇ ਆ ਕੇ ਸਮਰਥਨ 'ਚ ਖੜੇ ਹੋ ਜਾਂਦੇ ਸੀ।
ਤੇ ਉਹ ਬਸ ਇੱਕ ਸਮਾਂ ਸੀ ਜਦੋਂ ਮੈਂ BA ਸੈਕੰਡ ਈਅਰ ਦੇ ਪੇਪਰ ਦਿੱਤੇ, BA ਫਸਟ ਈਅਰ ਦੇ ਪੇਪਰ ਦਿੱਤੇ, ਤੇ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ। ਤੇ ਉਹ ਕਹਿੰਦੇ, ਮੈਨੂੰ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਬਸ ਹੁਣ ਇਹ ਪੇਪਰ ਦੇ ਦੇ, ਇਸ ਤੋਂ ਬਾਅਦ ਅੱਗੇ ਨਹੀਂ ਪੜ੍ਹਨਾ। ਤਾਂ ਉਹ 2 ਮਹੀਨੇ ਦੀ ਛੁੱਟੀਆਂ 'ਚ ਮੈਂ ਫਿਰ ਇੱਕ ਸਰਫ ਵੇਚਣ ਵਾਲੀ ਕੰਪਨੀ ਸੀਗੀ, ਤੇ ਉੱਥੇ ਮੈਂ ਜਾ ਕੇ ਨੌਕਰੀ ਕਰਨੀ ਸ਼ੁਰੂ ਕਰਤੀ। 150 ਰੁਪਇਆ ਮਹੀਨਾ ਮਿਲਦਾ ਸੀ। 1975-76 ਦੀ ਗੱਲ ਹੈ ਇਹ। ਸੋ 150 ਰੁਪਇਆ ਮਹੀਨਾ ਸੀਗਾ, ਤੇ ਉਹ ਘਰ ਘਰ ਜਾ ਕੇ ਚੰਡੀਗੜ੍ਹ ਦੇ ਵਿੱਚ ਸਰਫ ਵੇਚਣ ਦਾ ਕੰਮ ਸੀ। ਤੇ ਉਹ 2 ਮਹੀਨੇ ਮੈਂ ਸਰਫ ਵੇਚੀ, 300 ਰੁਪਇਆ ਕਮਾਇਆ, ਤੇ ਜਾ ਕੇ ਆਪੇ ਦਾਖਲਾ ਲੈ ਲਿਆ। ਮੈਂ ਜਾਂਦੀ ਸੀ ਪੋਲੀਟੀਕਲ ਰੈਸਟੇਸ਼ਨਸ ਵਿੱਚ ਜਾਂਦੀ ਸੀ, ਡਿਬੇਟਸ ਵਿੱਚ ਜਾਂਦੀ ਸੀ। ਮੇਰੀ ਫੀਸ ਮਾਫ ਹੁੰਦੀ ਸੀ, ਕਿਤਾਬਾਂ ਮੈਨੂੰ ਮਿਲ ਜਾਂਦੀਆਂ ਸੀ ਲਾਇਬ੍ਰੇਰੀ ਤੋਂ, ਤੇ ਮੈਂ ਅਸਰਟ ਹੀ ਕਰਨਾ ਸੀ ਵੀ ਮੈਂ ਜਿਹੜਾ ਹੈ ਪੜ੍ਹਨਾ ਹੈ ਅੱਗੇ। ਤਾਂ ਉਹ ਪਹਿਲੀ ਨੌਕਰੀ ਤਾਂ ਉਹੀ ਸੀ। ਬਾਅਦ ਵਿੱਚ ਜਦੋਂ ਮੈਂ MA ਕਰ ਲਈ, ਇਸ ਤਰ੍ਹਾਂ ਹੀ ਰੁੜਦਿਆਂ ਖੁੜਦਿਆਂ ਜਦੋਂ MA ਕਰ ਲਈ, ਤੇ ਉਦੋਂ ਫਿਰ ਮੈਂ ਘਰੋਂ ਬਾਹਰ ਨਿਕਲੀ। ਸੋ ਸੁਨਾਮ ਇੱਕ ਅਕੈਡਮੀ ਵਰਗਾ ਹੀ ਕਾਲਜ ਸੀਗਾ। ਉਹ ਵਾਕ ਇਨ ਸੀਗੀ ਇੰਟਰਵਿਊ, ਜਦੋਂ ਅਖਬਾਰ 'ਚ ਪੜ੍ਹਿਆ ਮੈਂ, ਤੇ ਉਦੋਂ ਮੈਨੂੰ ਪਤਾ ਨਹੀਂ, ਮੈਂ ਕਿਹਾ ਵੀ ਭੇਜਣਗੇ ਕਿ ਨਹੀਂ। ਮੈਂ ਸਿਰਫ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਸੁਨਾਮ ਜਾ ਰਹੀ ਹਾਂ। ਤੇ ਉੱਥੇ ਇੱਕ ਮੇਰੀ ਸਹੇਲੀ ਰਹਿੰਦੀ ਸੀਗੀ, ਵੀ ਜੇ ਤੇ ਉਹਨਾਂ ਨੇ ਮੈਨੂੰ ਰੱਖ ਲਿਆ, ਫੋਨ ਵੀ ਉਦੋਂ ਘੱਟ ਹੁੰਦੇ ਸੀਗੇ, 1980-81 ਦੀ ਗੱਲ ਹੈ। ਤੇ ਮੈਂ ਕਿਹਾ ਵੀ ਜੇ ਉਹਨਾਂ ਨੇ ਮੈਨੂੰ ਰੱਖ ਲਿਆ ਫਿਰ ਤੇ ਮੈਂ ਸ਼ਨੀਵਾਰ ਆਉਂਗੀ, ਤੇ ਜੇ ਨਹੀਂ ਰੱਖਿਆ ਤੇ ਫਿਰ ਹੋ ਸਕਦਾ ਸ਼ਾਮ ਤੱਕ ਆ ਜਾ। ਤੇ ਉੱਥੇ ਮੈਂ ਗਈ, ਉਹਨਾਂ ਨੇ ਮੈਨੂੰ, ਹਾਲੇ ਮੇਰਾ ਰਿਜ਼ਲਟ ਵੀ ਨਹੀਂ ਸੀ ਆਇਆ MA ਦਾ, ਤੇ ਉਹਨਾਂ ਨੇ ਮੈਨੂੰ ਰੱਖ ਲਿਆ। ਉਹ ਸੀਗਾ ਦਿਨ ਜਦੋਂ ਕਿ ਵੀ ਮੈਂ ਘਰੋਂ ਬਾਹਰ ਪੈਰ ਕੱਢਿਆ, ਤੇ ਦਹਲੀਜ਼ ਤੋਂ ਪਾਰ ਹੋਈ। ਤੇ ਫਿਰ ਮੈਂ ਆਪਣੇ ਪੈਰਾਂ ਤੇ ਸਾਰਾ ਅਗਲਾ ਸਫ਼ਰ ਜਿਹੜਾ ਹੈ, ਫਿਰ ਛੋਟੀਆਂ ਛੋਟੀਆਂ ਨੌਕਰੀਆਂ, ਤੇ ਫਿਰ ਅਖੀਰ ਤੇ ਆ ਕੇ ਅੰਬਾਲੇ SA ਜੈਨ ਕਾਲਜ ਪਰਮਾਨੈਂਟ ਨੌਕਰੀ। ਤਾਂ ਇਹ ਥੋੜਾ ਸੀਗਾ, ਬੜਾ ਸਟਰਗਲ ਵਾਲਾ ਪੀਰੀਅਡ ਸੀ, ਪਰ ਉਹਦੇ ਵਿੱਚੋਂ ਨਿਕਲ ਕੇ ਮੈਂ ਖੜੀ ਹੋਈ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਤੁਹਾਡੀ ਯਾਤਰਾ ਹੈ, ਉਹ ਜਿਹੜਾ ਗਿਆਨ ਹੈ, ਇੱਕ ਸਾਡਾ ਜਿਹੜਾ ਵਿਧੀਵਤ ਗਿਆਨ ਹੈ, ਹਾਂਜੀ ਹਾਂ, ਜਿਹਨੂੰ ਅਸੀਂ ਕਲਾਸਿਸ ਕਹਿੰਦੇ ਆ, ਉਹ ਗਿਆਨ, ਤੇ ਇੱਕ ਜਿਹੜਾ ਅੰਦਰ ਦਾ ਗਿਆਨ, ਤੇ ਨਾਲ ਫਿਰ ਸਾਡੀ ਆਰਥਿਕ ਜਿਹੜੀ ਔਰਤ ਦੀ ਸਟੇਬਿਲਿਟੀ ਹੈ। ਤੇ ਮੈਨੂੰ ਲੱਗਦਾ ਇਹ ਤਿੰਨੇ ਗੱਲਾਂ ਮਿਲ ਕੇ ਔਰਤ ਨੂੰ ਪੈਰਾਂ ਤੇ ਖੜਾ ਕਰਦੀਆਂ। ਬਿਲਕੁਲ, ਤੇ ਇਹੀ ਦਹਲੀਜ਼ ਤੋਂ ਪਾਰ ਕਰਦੀਆਂ। ਇਹੀ ਦਹਲੀਜ਼ ਤੋਂ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਇੱਕ ਜਿਹੜੀ ਦਹਲੀਜ਼ ਤੋਂ ਪਾਰ ਦੀਆਂ 2-3 ਲਾਈਨਾਂ ਜ਼ਰੂਰ ਸੁਣਾਓ। ਦਹਲੀਜ਼ ਦੇ ਆਰ ਪਾਰ ਜਿਹੜੀ ਤੁਹਾਡੀ ਕਵਿਤਾ ਹੈ, ਅਗਰ ਨੇੜੇ ਹੈ ਤੇ ਜ਼ਰੂਰ ਸੁਣਾਓ। ਹਾਂ, ਨਹੀਂ ਉਹ ਤੇ ਮੇਰੇ ਕੋਲ ਇਸ ਵੇਲੇ ਨਹੀਂ ਹੈ। ਵੈਸੇ ਉਹ ਕਵਿਤਾ ਮੈਂ ਤੇ ਅਗਲੀਆਂ ਕੁੜੀਆਂ ਲਈ ਲਿਖੀ ਹੈ ਜ਼ਿਆਦਾਤਰ, ਕਿਉਂਕਿ ਮੇਰੇ ਤੋਂ ਬਾਅਦ ਪਰਿਵਾਰ ਦੇ ਵਿੱਚ, ਫਿਰ ਜਦੋਂ ਮੈਂ ਬਾਹਰ ਨਿਕਲੀ ਤਾਂ ਫਿਰ ਮੇਰੇ ਪਰਿਵਾਰ ਦੇ ਵਿੱਚ ਉਸ ਤੋਂ ਬਾਅਦ ਕੁੜੀਆਂ, ਸਮਾਂ ਵੀ ਬਦਲਦਾ ਗਿਆ, ਫਿਰ ਕੁੜੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ, ਕੁੜੀਆਂ ਪੜ੍ਹਨ ਲੱਗ ਗਈਆਂ। ਤੇ 1-2 ਕੁੜੀਆਂ ਐਸੀਆਂ ਵੀ ਸੀ ਜਿਨ੍ਹਾਂ ਨੇ ਫਿਰ ਮੇਰਾ ਨਾਂ ਲੈ ਕੇ ਕਿਹਾ ਕਿ ਵੀ ਜੇ ਤੁਸੀਂ ਵੀ ਸਾਡੀ ਗੱਲ ਨਹੀਂ ਮੰਨੋਗੇ ਤੇ ਵੀ ਅਸੀਂ ਵੀ ਫਿਰ ਮਾਸੀ ਵਾਂਗ ਵੀ ਅਸੀਂ ਵੀ ਉਹਦੇ ਵਾਂਗ ਕਰਾਂਗੇ। ਹਾਂ, ਤਾਂ ਉਹ ਫਿਰ ਮੇਰੇ ਆਲੇ ਦੁਆਲੇ ਵੀ ਮਤਲਬ ਕੁੜੀਆਂ ਫਰੈਂਡਸ ਦੇ ਵਿੱਚ ਆਉਂਦੀਆਂ ਰਹੀਆਂ। ਤੇ ਉਹ ਦਹਲੀਜ਼ ਜਿਹੜੀ ਹੈ ਨਾ, ਉਹ ਦਹਲੀਜ਼ ਇੱਕ ਮੇਰਾ ਐਸਾ ਟਿੱਲਾ ਹੈ ਜਿੱਥੇ ਜਿਹੜੀਆਂ ਨੇ 30 ਦੇ ਆਰ ਪਾਰ ਖੜੀਆਂ ਕੁੜੀਆਂ ਜਿਹੜੀਆਂ ਨੇ, ਉਹ ਖੜੀਆਂ ਨੇ ਕਿ ਵੀ ਪਤਾ ਨਹੀਂ ਅਸੀਂ ਆਰ ਹੁੰਦੀਆਂ ਜਾਂ ਅਸੀਂ ਪਾਰ ਹੁੰਦੀਆਂ। ਉਹਨਾਂ ਦੇ ਅੰਦਰ ਡਰ ਵੀ ਹੁੰਦੇ ਨੇ। ਤੇ ਮੈਂ ਉਹਦੇ 'ਚ ਇਹੀ ਲਿਖਿਆ ਕਿ ਵੀ ਮੇਰਾ ਜਿਹੜਾ ਟਿੱਲਾ ਹੈ, ਉਹਨਾਂ ਦਾ ਡਰ ਵੀ ਹੈ ਤੇ ਡਰ ਦਾ ਜਵਾਬ ਵੀ ਹੈ। ਉਹਨਾਂ ਦੇ ਅੰਦਰ ਇੱਕ ਖਦਸ਼ਾ ਵੀ ਹੈ ਕਿ ਜੇ ਸਾਨੂੰ ਆਪਣੀ ਪਸੰਦ ਦਾ ਸਾਥੀ ਨਹੀਂ ਮਿਲੇਗਾ ਤੇ ਹੋ ਸਕਦਾ ਵੀ ਅਸੀਂ ਇਕੱਲੀਆਂ ਰਹਿ ਜਾਈਏ। ਉਹਦਾ ਵੀ ਆਪਣਾ ਇੱਕ ਸਫ਼ਰ ਹੈ, ਤੇ ਲੇਕਿਨ ਨਾਲ ਉਹਨਾਂ ਨੂੰ ਉਸ ਡਰ ਦਾ ਜਵਾਬ ਵੀ ਮਿਲ ਰਿਹਾ। ਕੀ ਤੁਹਾਡੇ ਪਿਤਾ ਜੀ ਨੇ ਜਦੋਂ ਤੁਸੀਂ ਦਹਲੀਜ਼ ਤੋਂ ਪਾਰ ਹੋਏ, ਆਪਣਾ SA ਜੈਨ ਕਾਲਜ ਦੇ ਵਿੱਚ ਤੁਸੀਂ ਅੰਬਾਲੇ ਪਰਮਾਨੈਂਟ ਨੌਕਰੀ ਕਰ ਲਈ, ਜਿਹੜਾ ਕਾਲਜ ਦੇ ਵਿੱਚ, ਤਾਂ ਕੀ ਉਹਨਾਂ ਨੇ ਉਸ ਸਵੀਕ੍ਰਿਤੀ ਜਾਂ ਸਵੀਕਾਰ ਕੀਤਾ ਉਹ ਤੁਹਾਨੂੰ ਕਿ ਹਾਂ, ਜਾਂ ਮਾਣ ਮਹਿਸੂਸ ਕੀਤਾ ਤੁਹਾਡੇ ਤੇ? ਨਹੀਂ, ਮਾਣ ਵੀ ਨਹੀਂ ਮਹਿਸੂਸ ਹੋਇਆ, ਕਿਹਾ ਵੀ ਮੈਨੂੰ ਕੁਛ ਨਹੀਂ, ਕਿਉਂਕਿ ਮੈਂ
ਮੈਂ ਇਸ ਤੋਂ ਪਾਰ ਹੀ ਹੋ ਗਈ, ਉਹਨਾਂ ਦੀ ਜਿਹੜੀ ਸਵੀਕ੍ਰਿਤੀ ਸੀਗੀ ਕਿ ਵੀ ਉਹ ਸਵੀਕਾਰ ਕਰਨ, ਮੈਂ ਇਹਦੇ ਤੋਂ ਪਾਰ ਹੀ ਹੋ ਗਈ ਸੀ। ਕਿ ਇਹ ਇੱਕ ਉਹਨਾਂ ਨੇ ਮੈਨੂੰ, ਪਰ ਉਹਨਾਂ ਨੇ ਸ਼ਾਇਦ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਸਮਾਜ ਦੀ ਜਿਹੜੀ ਪ੍ਰਵਾਨਗੀ ਹੈ ਉਹਦੀ ਅਸੀਂ ਪ੍ਰਵਾਹ ਨਹੀਂ ਕਰਦੇ ਤੇ ਫਿਰ ਸਮਾਜ ਵੀ ਬਹੁਤੀ ਪ੍ਰਵਾਹ ਨਹੀਂ ਕਰਦਾ। ਸ਼ਾਇਦ ਸਾਡੇ ਡਰ ਹੀ ਸਾਨੂੰ ਫਸਾਈ ਰੱਖਦੇ। ਮੇਰਾ ਤਾਂ ਤਜਰਬਾ ਇਹ ਹੈ। ਕਦੇ ਤੁਹਾਨੂੰ ਲੱਗਿਆ ਇਹ ਕਿ ਉਹਨਾਂ ਨੂੰ ਉਹ ਮਾਣ ਵਾਲੀ ਗੱਲ ਜਾਂ ਤੁਹਾਡੇ ਨਾਲ ਕਰਨੀ ਚਾਹੀਦੀ ਸੀ? ਕਦੇ ਉਹ ਜਿਹੜੀ ਤੁਹਾਡੇ ਅੰਦਰ ਕੰਡਾ ਚੁਭਣ ਰਹੀ ਇਹ ਕਿ ਉਹਨਾਂ ਨੇ ਅੰਤਮ ਸਮੇਂ ਤੱਕ ਰਹੀ ਹੈ? ਇਹ ਕੰਡਾ ਚੁਭਣ ਵਾਲੀ ਤਾਂ ਸਥਿਤੀ ਰਹੀ, ਕਿਉਂਕਿ ਬਾਅਦ ਵਿੱਚ ਵੀ ਉਹ ਜਿਹੜੀ ਉਹਨਾਂ ਦੇ ਅੰਦਰ ਸਮਾਜ ਦੀ ਪਿਤਰੀ ਸਤ੍ਹਾ ਜਿਹੜੀ ਹੈ ਉਹ ਉਹਨਾਂ ਦੇ ਅੰਦਰ ਇੰਨੀ ਕਰੀ ਹੋਈ ਸੀ, ਆਮ ਤੌਰ ਤੇ ਜਿਵੇਂ ਹੁੰਦੀ ਹੈ। ਤਾਂ ਉਹ ਵੀ ਜਦੋਂ ਮੁੰਡੇ ਕੋਈ ਪ੍ਰਾਪਤੀ ਕਰਦੇ ਸੀ ਤਾਂ ਉਹ ਉਹਨਾਂ ਨੂੰ ਜ਼ਿਆਦਾ ਚੰਗਾ ਲੱਗਦਾ ਸੀਗਾ, ਤੇ ਉਦਾਂ ਬਸ ਅਖੀਰਲੇ ਦਿਨਾਂ 'ਚ ਖੁਸ਼ ਸੀਗੇ ਕਿ ਵੀ ਚਲੋ ਇਹ ਚੰਗੀ ਨੌਕਰੀ ਲੱਗ ਗਈ ਹੈ। ਹੋਰ ਕੋਈ ਖਾਸ ਮਾਣ ਵਾਲੀ ਗੱਲ ਉਹਨਾਂ ਨੂੰ ਨਹੀਂ ਲੱਗੀ। ਮੈਂ ਇੱਕ ਹੋਰ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਨਾ ਚਾਹਾਂਗੀ ਜਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਹਾਡੀ ਯਾਤਰਾ ਦਾ ਉਹ ਪਲ ਜਦੋਂ ਤੁਸੀਂ ਵਰਕਿੰਗ ਔਮਨ ਹੋਸਟਲ 'ਚ ਰਹਿੰਦੇ ਸੀ, ਕਿਉਂਕਿ ਪਹਿਲੇ ਦੌਰ ਦੇ ਵਿੱਚ ਜਦੋਂ ਸਾਡੇ ਚੈਲੰਜ ਹੁੰਦੇ ਆ, ਖਾਸ ਕਰਕੇ ਜਦੋਂ ਔਰਤ ਇੱਕ ਸੰਘਰਸ਼ ਚੋਂ ਲੰਘ ਰਹੀ, ਆਰਥਿਕ ਸੰਘਰਸ਼, ਤੁਹਾਡਾ ਇਮੋਸ਼ਨਲ ਸੰਘਰਸ਼ ਵੀ ਰਿਹਾ, ਤੁਹਾਡਾ ਇੱਕ ਕਿਸੇ ਆਪਣੀ ਇੱਕ ਥਾਂ ਤੇ ਤੁਸੀਂ ਦਿਖਾਉਣਾ ਵੀ ਹੁੰਦਾ ਅਸਲ ਦੇ ਵਿੱਚ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਮਾਪਿਆਂ ਨੂੰ, ਦੋਸਤਾਂ ਨੂੰ ਦਿਖਾਉਣਾ ਵੀ ਹੁੰਦਾ ਕਿ ਮੈਂ ਇੱਕ ਮੁਕਾਮ ਤੇ ਪਹੁੰਚੀ ਹੋਈ ਹਾਂ। ਹਾਲਾਂਕਿ ਯਾਤਰਾ ਤੁਹਾਡੀ ਬਹੁਤ ਸਾਰੀਆਂ ਯਾਤਰਾਵਾਂ ਨੇ ਤੁਹਾਡੀਆਂ, ਇੱਕ ਤੁਹਾਡੀ ਲਿਟਰੇਚਰ ਦੀ ਯਾਤਰਾ ਹੈ, ਇੱਕ ਆਰਥਿਕਤਾ ਦੀ ਯਾਤਰਾ ਹੈ, ਇੱਕ ਇਮੋਸ਼ਨਲ ਯਾਤਰਾ, ਕਿੰਨੀਆਂ ਯਾਤਰਾਵਾਂ ਨੇ। ਤੇ ਕੀ ਤੁਹਾਨੂੰ ਜਦੋਂ ਤੁਸੀਂ ਵਰਕਿੰਗ ਔਮਨ ਹੋਸਟਲ ਸੀ ਪਹਿਲਾਂ ਰਹਿਣਾ ਸ਼ੁਰੂ ਕੀਤੇ, ਉੱਥੋਂ ਦੇ ਬਾਰੇ ਤੁਸੀਂ ਮੀਰੀ ਪੁਸਤਕ ਲਿਖੀ ਹੈ, ਮੀਰਾ। ਹਾਂਜੀ। ਤੇ ਮੀਰਾ ਦਾ ਜਿਹੜਾ ਹੈ ਤੁਹਾਡਾ ਉਹਨਾਂ ਦੇ ਬੇਸ ਤੇ ਕੁਝ ਤੁਹਾਡੇ ਜਿਹੜੇ ਅਨੁਭਵ ਨੇ ਤੇ ਤੁਹਾਡੇ ਆਪਣੇ ਅਨੁਭਵ ਕੀ ਨੇ ਵਰਕਿੰਗ ਔਮਨ ਹੋਸਟਲ 'ਚ ਰਹਿਣ ਬਾਰੇ? ਦੇਖੋ, ਮੈਂ ਉਹ ਕਿਤਾਬ ਲਿਖੀ ਵੀ ਇਸੇ ਕਰਕੇ ਹੀ ਸੀ ਕਿਉਂਕਿ ਜਿਹੜੀਆਂ ਉੱਥੇ ਔਰਤਾਂ ਰਹਿ ਰਹੀਆਂ ਸੀਗੀਆਂ ਉਹ ਸਾਰੀਆਂ 30 ਤੋਂ 40 ਕਰੀਬਨ, ਉਹਨਾਂ ਦੀ ਉਮਰ 30 ਤੋਂ 40 ਦੇ ਵਿੱਚ ਸੀਗੀ। ਤਾਂ ਸਮਾਜ ਦੇ ਜਿਹੜੇ ਵੱਖਰੇ ਵੱਖਰੇ ਕੋਨਿਆਂ ਤੋਂ ਕੋਈ ਵੱਖਰੇ ਵੱਖਰੇ ਕਾਰਨ ਸੀ ਜਿਨ੍ਹਾਂ ਕਰਕੇ ਉਹ ਉੱਥੇ ਕਹਿ ਲਓ ਕਿ ਇਸ ਉਮਰ ਦੇ ਵਿੱਚ ਉਹ ਇਕੱਲੀਆਂ ਸੀਗੀਆਂ। ਮੇਰੇ ਖਿਆਲ 80s ਦਾ ਜ਼ਮਾਨਾ ਹੋਣਾ ਹੈ, 1980 ਦਾ ਇਹ ਹੈਗਾ। ਮੈਂ 86 ਚ ਨੌਕਰੀ ਲੱਗੀ ਆ ਉੱਥੇ ਤੇ 93 ਤੱਕ ਮੈਂ ਹੋਸਟਲ ਚ ਰਹੀ ਆ। ਇਹ ਉਹ ਸਮਾਂ ਸੀਗਾ ਸ਼ਾਇਦ ਉਦੋਂ, ਜਿਸ ਤਰ੍ਹਾਂ ਹੁਣ ਸਾਡੀਆਂ ਲੜਕੀਆਂ ਪੀਜੀ ਚ ਰਹਿੰਦੀਆਂ ਜਾਂ ਅਲੱਗ ਘਰ ਲੈ ਕੇ ਰਹਿੰਦੀਆਂ, ਸ਼ਾਇਦ ਸਮਾਜ ਉਦੋਂ ਇਸ ਗੱਲ ਨੂੰ ਸਵੀਕਾਰ ਵੀ ਨਹੀਂ ਸੀ ਕਰਦਾ ਜਾਂ ਉਹਨਾਂ ਦੇ ਅੰਦਰ ਡਰ ਸੀ ਕਿ ਉਹ ਕੱਲੀਆਂ ਕਿਧਰੇ ਘਰ ਲੈ ਕੇ ਰਹਿਣ। ਨਹੀਂ, ਉਦੋਂ ਨਹੀਂ ਸੀ। ਉਦੋਂ ਪਹਿਲਾਂ ਤੇ ਮੈਂ ਹੋਸਟਲ ਚ ਰਹੀ ਤੇ ਸਾਡੀਆਂ ਮਤਲਬ ਪੜ੍ਹੀਆਂ ਲਿਖੀਆਂ ਕੁਲੀਗਸ ਜਿਹੜੀਆਂ ਕਿ ਕਾਲਜ ਦੇ ਵਿੱਚ ਪ੍ਰੋਫੈਸਰ ਸੀਗੇ, ਤਾਂ ਉਹ ਵੀ ਉਹਨਾਂ ਬਾਰੇ, ਕਿਉਂਕਿ ਮੈਂ ਜਿਵੇਂ ਦੱਸ ਰਹੀ ਹਾਂ ਕਿ ਵੀ ਉਹ ਇਕੱਲੀਆਂ ਸੀਗੀਆਂ, ਇਸ ਉਮਰ 'ਚ ਵੀ ਇਕੱਲੀਆਂ ਸੀ, ਤਾਂ ਉਹਦੇ ਕਾਰਨ ਵੀ ਵੱਖਰੇ ਵੱਖਰੇ ਨੇ ਜਿਹੜੇ ਮੈਂ ਉਸ ਕਿਤਾਬ 'ਚ ਲਿਖੇ ਨੇ। ਤਾਂ ਮੇਰੀ ਇੱਕ ਕੁਲੀਗ ਸੀਗੀ ਤੇ ਉਹ ਕਿਸੇ ਨੂੰ ਗੱਲ ਹੋਈ ਤੇ ਦੱਸਿਆ ਕਿ ਵੀ ਇਹ ਮੈਂ ਵਰਕਿੰਗ ਵੂਮਨ ਹੋਸਟਲ 'ਚ ਰਹਿੰਦੀ ਹਾਂ, ਤੇ ਉਹ ਕਹਿੰਦੇ ਅੱਛਾ ਵਹਾਂ ਤੋਂ ਸਾਰੀ ਛੋੜੀ ਹੋਈ ਰਹਤੀ ਹੈ। ਉਹ ਫਿਰ ਮੇਰੇ ਲਈ ਉਹ ਇੱਕ ਪੁਆਇੰਟ ਸੀ ਕਿ ਵੀ ਮੈਨੂੰ ਲਿਖਣਾ ਚਾਹੀਦਾ ਵੀ ਜੇ ਛੋੜੀਆਂ ਹੋਈਆਂ ਨੇ ਤੇ ਕਿਉਂ ਨੇ। ਨਜ਼ਰੀਆ ਸਮਾਜ ਦਾ ਨਜ਼ਰੀਆ, ਔਰ ਨਹੀਂ ਸਮਾਜ ਨੇ ਉਹਨਾਂ ਦੇ ਅੱਗੇ ਕਿਹੜੇ ਰਸਤੇ ਵਿਛਾਏ ਨੇ ਕਿ ਉਹ ਇਕੱਲੀਆਂ ਨੇ, ਔਰ ਸਮਾਜ ਉਹਨਾਂ ਨੂੰ ਕਿਸ ਤਰ੍ਹਾਂ ਲੈ ਰਿਹਾ, ਕਿਵੇਂ, ਕੀ ਸਮਾਜ ਦਾ ਖਿਆਲ ਹੈ ਉਹਨਾਂ ਵਾਸਤੇ। ਉਹ ਵੀ ਤੇ ਸਮਾਜ ਦਾ ਹਿੱਸਾ ਨੇ। ਜੇ ਉਹ ਇਕੱਲੀਆਂ ਰਹਿ ਗਈਆਂ ਨੇ ਤੇ ਆਖਰ ਸਮਾਜ ਦੇ ਹੀ ਕਈ ਜਿਹੜੇ ਮਰਿਆਦਾਵਾਂ ਨੇ, ਸਮਾਜ ਦੇ ਬਣਾਏ ਹੋਏ ਜਿਹੜੇ ਕਾਨੂੰਨ ਨੇ ਜਿਨ੍ਹਾਂ ਦੇ ਵਿੱਚ ਫਸ ਕੇ ਟਕਰਾ ਕੇ ਉਹ ਇਕੱਲੀਆਂ ਨੇ, ਤੇ ਸਮਾਜ ਨੂੰ ਕੋਈ ਚਿੰਤਾ ਨਹੀਂ ਹੈ ਉਹਨਾਂ ਦੀ। ਤੇ ਇਸ ਕਰਕੇ ਮੇਰਾ ਲੱਗਿਆ ਕਿ ਵੀ ਮੈਨੂੰ ਉਹਨਾਂ ਬਾਰੇ ਲਿਖਣਾ ਚਾਹੀਦਾ, ਤੇ ਤਾਂ ਮੈਂ ਉਹ ਲਿਖਿਆ। ਮੈਂ ਇੱਕ ਬਹੁਤ ਤੁਹਾਡਾ ਜਿਹੜਾ ਹੈ, ਜਿਸ ਤਰ੍ਹਾਂ ਤੁਹਾਡੀ ਜੀਵਨੀ ਹੈ ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਹੈ ਤੁਹਾਡੀ ਆਪਣੀ ਜਿਹੜੀ ਹੈ, ਕਿਉਂਕਿ ਮਰਦ ਤੇ ਔਰਤ
ਜਾਂ ਅਸੀਂ ਇੱਕ ਇਮੋਸ਼ਨਲ ਤੌਰ ਤੇ ਅਸੀਂ ਜੁੜਦੇ ਹਾਂ, ਜਾਂ ਸਮਾਜ ਸਾਨੂੰ ਇਹ ਕਹਿੰਦਾ ਹੈ ਕਿ ਔਰਤ ਜਿਹੜੀ ਹੈ 30 ਸਾਲ ਦੀ ਉਮਰ 'ਚ ਸ਼ਾਦੀ ਕਰੇ, 22 ਸਾਲ ਦੀ, 24 ਸਾਲ ਦੀ ਸ਼ਾਦੀ ਕਰੇ, ਜਦੋਂ ਕਿ ਸ਼ਾਦੀ ਇੱਕ ਬੜਾ ਸਾਡਾ ਨਿੱਜੀ ਫੈਸਲਾ ਹੁੰਦਾ ਹੈ। ਹਾਂਜੀ ਹਾਂਜੀ। ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਮਰਦ ਆਇਆ, ਕੋਈ ਐਸੀ ਔਰਤ ਆਈ ਜਿਹਨੇ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ? ਨਹੀਂ, ਪ੍ਰਭਾਵਿਤ ਤਾਂ ਮੈਨੂੰ ਕੀਤਾ ਸਾਹਿਤਕਾਰ ਦੋਸਤਾਂ ਨੇ ਕੀਤਾ, ਅਮਰਤਾ ਜੀ ਨੇ ਬਹੁਤ ਪ੍ਰਭਾਵਿਤ ਕੀਤਾ, ਤੇ ਸਾਹਿਤਕਾਰ ਦੋਸਤ ਵੀ ਸੀਗੇ। ਮੇਰੀ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਮੇਰੀ ਮੁਹੱਬਤ ਵੀ ਸੀ, ਲੇਕਿਨ ਉੱਥੇ ਵੀ ਮੇਰਾ ਇੱਕ ਭਰਮ ਸੀ ਉਹ ਕਿ ਸ਼ਾਇਦ ਮੋਹ ਭੰਗ ਹੋਇਆ। ਹਾਂ, ਵੀ ਜਿਹੜਾ ਬੰਦਾ ਸ਼ਾਇਦ ਪੜ੍ਹਿਆ ਲਿਖਿਆ ਹੈ ਔਰ ਸਾਹਿਤਕਾਰ ਹੈ, ਪੋਇਟ ਹੈ ਔਰ ਸੰਵੇਦਨਸ਼ੀਲ ਹੈ, ਕਿ ਸ਼ਾਇਦ ਉਹ ਕੁਝ ਹੋਰ ਤਰ੍ਹਾਂ ਦਾ ਹੋਏਗਾ। ਸੋ ਉੱਥੇ ਵੀ ਮੋਹ ਭੰਗ ਹੋਇਆ, ਤੇ ਤਦ ਹੀ ਮੇਰਾ ਫੈਸਲਾ ਜਿਹੜਾ ਉਹ ਪੱਕਾ ਹੋਇਆ ਕਿ ਵੀ ਮੈਂ ਆਪਣੀ ਜ਼ਿੰਦਗੀ ਆਪਣੇ ਪੈਰਾਂ ਤੇ ਇਕੱਲੇ ਬਿਤਾਣੀ ਹੈ। ਤਾਂ ਇਹ ਸਾਰਾ ਸਫ਼ਰ ਹੈ ਤੇ ਕਾਫੀ ਟਕਰਾਅ ਦੀ ਸਥਿਤੀ 'ਚ ਹੀ, ਸਮਾਜ ਦੇ ਨਾਲ ਤੇ ਟਕਰਾਅ ਹੀ ਸੀ। ਹੋਸਟਲ ਤੋਂ ਬਾਅਦ ਜਦੋਂ ਮੈਂ ਬਾਹਰ ਵੀ ਜਦੋਂ ਇੱਕ ਹਾਊਸਿੰਗ ਬੋਰਡ ਦਾ ਘਰ ਸੀ, ਮੇਰੀ ਇੱਕ ਦੋਸਤ ਸੀ, ਤੇ ਅਸੀਂ ਦੋਵਾਂ ਨੇ ਉਹ ਘਰ ਲਿਆ ਅੰਬਾਲਾ ਦੇ ਵਿੱਚ। ਤਾਂ ਉਹ ਪੂਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਇਸ ਗੱਲ ਦਾ ਕਿ 2 ਇਕੱਲੀਆਂ ਕੁੜੀਆਂ ਨੇ ਇੱਦਾਂ ਘਰ ਲਿਆ ਹੈ। ਸੋ ਉਹਨਾਂ ਦੇ ਜਿਵੇਂ ਜਿਵੇਂ ਜਿਸ ਦਾ ਦਿਮਾਗ ਸੀ ਉਹਨੇ ਉਵੇਂ ਉਵੇਂ ਉਹਦੇ ਅਰਥ ਕੱਢੇ, ਤੇ ਉਹ ਵੀ ਸਮਾਂ ਸੀ, ਉਹਦਾ ਵੀ ਸਾਹਮਣਾ ਕੀਤਾ। ਜ਼ਿਆਦਾ ਔਰਤਾਂ ਨੇ ਕਿੰਤੂ ਪਰੰਤੂ ਕੀਤਾ ਜਾਂ ਮਰਦਾਂ ਨੇ? ਸਭ ਨੇ ਆਪਣੀ ਆਪਣੀ ਤਰ੍ਹਾਂ ਕੀਤਾ। ਸਾਡੇ ਸਾਹਮਣੇ ਬਹੁਤਾ ਨਹੀਂ ਆਇਆ ਕੋਈ, ਇਹ ਨਹੀਂ ਵੀ ਸਾਨੂੰ ਕਿਸੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਔਰਤ ਵੀ ਪੈਟਰੀਆਰਕੀ 'ਚ ਜੀਂਦੀ ਹੈ ਤੇ ਉਸੇ ਤਰੀਕੇ ਦੇ ਨਾਲ ਉਹ ਜਿਹੜਾ ਔਰਤਾਂ ਬਾਰੇ ਜਾਂ ਸਮੁੱਚੇ ਸਮਾਜ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਉਹ ਸੋਚਦੀ ਹੈ? ਹਾਂ, ਔਰਤ ਵੀ ਬਹੁਤ ਵਾਰੀ ਉਸ ਪਿਤਰ ਸਤਾ ਦਾ ਹਿੱਸਾ ਬਣ ਜਾਂਦੀ। ਉਹਨੂੰ ਵੀ ਪਤਾ ਨਹੀਂ ਹੁੰਦਾ, ਉਹ ਵੀ ਉਸੇ ਤਰ੍ਹਾਂ ਦੀ ਭਾਸ਼ਾ ਸਤਾ ਜਿਹੜੀ ਹੈ ਉਹ ਵੀ ਕਈ ਵਾਰੀ ਉਹਨੂੰ ਉੱਥੇ ਹੀ ਖੜਾ ਕਰ ਦਿੰਦੀ ਜਿੱਥੇ ਪਿਤਰ ਸਤਾ ਖੜਾ ਕਰਦੀ ਹੈ। ਸੋ ਕਈ ਵਾਰੀ ਹਾਂ, ਔਰਤ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਬਾਰੇ 'ਚ ਜੋ ਉਹਨਾਂ ਨੂੰ ਨਾ ਚੈਲੰਜ, ਜੋ ਇਕੱਲੀ ਔਰਤ ਹੈ ਐਕਚੁਅਲੀ ਉਹ ਚੈਲੰਜ ਵਾਂਗ ਲੱਗਦੀ ਹੈ। ਉਹ ਔਰਤਾਂ ਨੂੰ ਵੀ ਲੱਗਦੀ ਹੈ ਤੇ ਮਰਦਾਂ ਨੂੰ ਵੀ ਲੱਗਦੀ ਹੈ। ਉਹਨਾਂ ਨੂੰ ਲੱਗਦਾ ਕਿ ਇਹ ਸਾਨੂੰ ਚੈਲੰਜ ਕਰ ਰਹੀ ਹੈ, ਜਦੋਂ ਕਿ ਉਹ ਤਾਂ ਉਹਦੀ ਆਪਣੀ ਯਾਤਰਾ ਹੁੰਦੀ ਹੈ। ਜਿਹੜੀਆਂ ਵਿਆਹੀਆਂ ਹੋਈਆਂ ਔਰਤਾਂ ਨੇ ਉਹਨਾਂ ਨੂੰ ਲੱਗਦਾ ਇਹ ਤੁਹਾਡੇ ਲਈ ਚੈਲੰਜ ਹੈ। ਮਰਦਾਂ ਨੂੰ ਲੱਗਦਾ ਹੈ ਕਿ ਇਹਨੇ ਮਰਦ ਜਾਤ ਨੂੰ ਰਿਜੈਕਟ ਕੀਤਾ ਹੈ, ਇਸ ਕਰਕੇ ਉਹਨਾਂ ਨੂੰ ਚੈਲੰਜਿੰਗ ਲੱਗਦੀ। ਤੇ ਉਹ ਫਿਰ ਉਹਦੇ ਵਿੱਚੋਂ ਉਹਨਾਂ ਦੀ ਸਾਈਕੋਲੋਜੀ ਜਿਹੜੀ ਹੈ ਉਹ ਬੋਲਦੀ ਹੈ। ਤੁਸੀਂ ਕੈਨੇਡਾ ਦੀ ਯਾਤਰਾ ਤੇ ਹੋ? ਹਾਂਜੀ। ਤੇ ਮੈਂ ਚਾਹਾਂਗੀ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਇਹਨਾਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਜਾਂ ਸਮਾਜਿਕ ਰਿਸ਼ਤਿਆਂ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਸਾਡੀ ਪੰਜਾਬੀ ਸੁਸਾਇਟੀ ਹੈ, ਸਾਊਥ ਏਸ਼ੀਅਨ ਸੁਸਾਇਟੀ ਹੈ, ਤੁਹਾਡੇ ਭਾਵੇਂ ਕਿ ਇਹ ਬੜੇ ਥੋੜੇ ਚਿਰੇ ਅਨੁਭਵ ਹੈ, ਜਦ ਕਿਸੇ ਵੀ ਸਮਾਜ ਨੂੰ ਸਮਝਣਾ ਤੁਹਾਨੂੰ ਬਹੁਤ ਦੇਰ ਤੱਕ ਉਹਦੀ ਚੂਲ ਤੱਕ ਸਮਝਣ ਲਈ ਟਾਈਮ ਚਾਹੀਦਾ ਹੁੰਦਾ ਹੈ, ਫਿਰ ਵੀ ਜਿਹੜੇ ਤੁਹਾਡੇ ਥੋੜੇ ਅਨੁਭਵ ਰਹੇ ਆ ਤੁਸੀਂ ਉਹਦੇ ਬਾਰੇ ਗੱਲ ਕਰੋ। ਦੇਖੋ, ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਉਹੀ ਜੋ ਪਰਿਵਾਰਕ ਢਾਂਚਾ ਹੈ ਜਿਹੜੇ ਉਹਦੇ ਨਾਲ ਹੀ ਇੱਥੇ ਆ ਗਏ ਨੇ, ਉਹ ਤੇ ਆਪਣੀ ਪਿਤਰ ਸਤਾ ਨਾਲ ਹੀ ਲੈ ਆਏ ਨੇ। ਇੱਥੇ ਵੀ ਔਰਤਾਂ ਦੀ ਸਥਿਤੀ ਉਹੀ ਹੈ ਪਰਿਵਾਰਾਂ ਦੇ ਵਿੱਚ, ਉਹ ਕੋਈ ਬਦਲੀ ਨਹੀਂ ਹੈ। ਲੇਕਿਨ ਕਿਤੇ ਕਿਤੇ ਮੈਨੂੰ ਇਹ ਵੀ ਲੱਗਿਆ ਕਿ ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਬਾਹਰ ਵਿਚਰਦੇ ਨੇ, ਜਿਨ੍ਹਾਂ ਨੇ ਇੱਥੋਂ ਦੇ ਸਮਾਜ ਨੂੰ ਦੇਖਿਆ ਹੈ, ਜਾਂ ਜਿਹੜੇ ਫਿਰ ਹੁਣ ਜੇ ਦੋਨੋਂ ਕੰਮ ਕਰ ਰਹੇ ਨੇ, ਦੋਨੋਂ ਪਤੀ ਪਤਨੀ ਜਦੋਂ ਦੋਨੋਂ ਕੰਮ ਕਰ ਰਹੇ ਨੇ, ਤੇ ਉੱਥੇ ਉਹ ਥੋੜਾ ਸਮਝਣ ਲੱਗ ਗਏ ਨੇ, ਥੋੜੇ ਉਹਨਾਂ ਦੀ ਤਕਲੀਫ ਨੂੰ, ਉਹਨਾਂ ਦੇ ਕੰਮਕਾਜ ਵਿੱਚ ਆਪਣਾ ਹੱਥ ਵਟਾਉਣ ਲੱਗ ਗਏ ਨੇ। ਇੰਨਾ ਕੁ ਥੋੜਾ ਫਰਕ ਹੈ। ਪਾਲ ਜੀ, ਅਸੀਂ ਚਾਹਾਂਗੇ ਕਿ ਇੱਕ ਤੁਸੀਂ ਆਪਣੀ ਨਜ਼ਮ ਦੇ ਨਾਲ, ਆਪਣੀ ਕਵਿਤਾ ਦੇ ਨਾਲ ਆਪਾਂ ਇਸ ਸੈਗਮੈਂਟ ਦਾ ਜਿਹੜਾ ਹੈ ਸਮਾਪਤੀ ਕਰਾਂਗੇ, ਤੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੀ ਸਮੁੱਚੀ ਜਿਹੜੀ ਕਾਵਿ ਯਾਤਰਾ ਹੈ, ਤੁਹਾਡੀ ਰਚਨਾ ਪ੍ਰਕਿਰਿਆ ਹੈ,
ਤੁਹਾਡਾ ਖਾਸ ਕਰਕੇ ਇੱਕ ਲੇਖਕਾਵਾਂ ਦੇ ਵਿੱਚ ਵਿਚਰਨ ਦਾ ਜਿਹੜੇ ਅਨੁਭਵ ਨੇ, ਅਗਲੇ ਸੈਗਮੈਂਟ 'ਚ ਅਸੀਂ ਉਹਦੇ ਬਾਰੇ ਫੋਕਸ ਕਰਕੇ ਉਹਦੇ ਤੇ ਵਿਧੀਵਤ ਗੱਲ ਕਰਾਂਗੇ। ਪਰ ਇਹ ਸੈਗਮੈਂਟ ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਇੱਕ ਕਵਿਤਾ ਦੇ ਨਾਲ ਹੀ ਇਸ ਸੈਗਮੈਂਟ ਨੂੰ ਸਮਾਪਤ ਕਰੋ। ਮੇਰੀ ਇਹ ਨਜ਼ਮ ਹੈ ਉਨਮੁਕਤੀ। ਉਨਮੁਕਤੀ। ਹਾਂਜੀ। ਕਿ ਤੁਰਨਾ ਸਿੱਖਦੀ ਡਿੱਗ ਪਈ ਸਾਂ ਤਾਂ ਮਾਂ ਨੇ ਆਖਿਆ ਸੀ ਕੋਈ ਗੱਲ ਨਹੀਂ, ਕੀੜੀ ਦਾ ਆਟਾ ਡੁੱਲ ਗਿਆ। ਕਿ ਤੁਰਨਾ ਸਿੱਖਦੀ ਡਿੱਗ ਪਈ ਸਾਂ ਤਾਂ ਮਾਂ ਨੇ ਆਖਿਆ ਸੀ ਕੋਈ ਗੱਲ ਨਹੀਂ, ਕੀੜੀ ਦਾ ਆਟਾ ਡੁੱਲ ਗਿਆ ਏ। ਪਰ ਸਾਰੀ ਉਮਰ ਤੁਰਦੀ ਵੀ ਰਹੀ ਤੇ ਡਿੱਗਦੀ ਵੀ ਰਹੀ। ਜਦੋਂ ਕੀੜੀ ਦਾ ਆਟਾ ਡੁੱਲਣ ਦੇ ਮਾਸੂਮ ਭਰਮ ਵਿੱਚੋਂ ਨਿਕਲੀ ਤਾਂ ਹਰ ਸੱਟ ਉੱਤੇ ਹੁੰਦੀ ਸੀ ਬੜੀ ਪੀੜ। ਫਿਰ ਕਦੀ ਦੋਸਤਾਂ ਦੀ ਸਹਿਰਨ ਮਿਲਦੀ, ਕਦੀ ਮਿੱਤਰਾਂ ਦੀ ਹਮਦਰਦੀ ਤੇ ਕਦੀ ਸ਼ਰੀਕਾਂ ਦਾ ਤਰਸ। ਬਹੁਤ ਖੂਬ। ਪਰ ਹੌਲੀ ਹੌਲੀ ਹੁੰਦੀ ਗਈ ਉਨਮੁਕਤ। ਉਨਮੁਕਤ। ਪਰ ਹੌਲੀ ਹੌਲੀ ਹੁੰਦੀ ਗਈ ਉਨਮੁਕਤ ਕਿ ਹਰ ਵਾਰ ਡਿੱਗਣ ਉੱਤੇ ਨਾ ਤਾਂ ਸੱਟ ਹੀ ਇੱਕੋ ਜਿਹੀ ਲੱਗੀ ਤੇ ਨਾ ਹੀ ਪੀੜ ਪਹਿਲਾਂ ਜਿੰਨੀ ਹੁੰਦੀ। ਬਹੁਤ ਵਧੀਆ, ਬਹੁਤ ਵਧੀਆ। ਪਰ ਹੌਲੀ ਹੌਲੀ ਹੁੰਦੀ ਗਈ ਉਨਮੁਕਤ ਕਿ ਹਰ ਵਾਰ ਡਿੱਗਣ ਉੱਤੇ ਨਾ ਤਾਂ ਸੱਟ ਹੀ ਇੱਕੋ ਜਿਹੀ ਲੱਗੀ ਤੇ ਨਾ ਹੀ ਪੀੜ ਪਹਿਲਾਂ ਜਿੰਨੀ ਹੁੰਦੀ। ਅੱਜ ਜਦੋਂ ਕਿਤੇ ਡਿੱਗ ਪੈਂਦੀ ਹਾਂ, ਲੱਗਦਾ ਏ ਕੁਝ ਸੱਟ ਜਿਹਾ, ਤਾਂ ਅੰਦਰੋਂ ਹੀ ਆਉਂਦੀ ਹੈ ਆਵਾਜ਼ ਕੋਈ ਗੱਲ ਨਹੀਂ, ਕੀੜੀ ਦਾ ਆਟਾ ਡੁੱਲ ਗਿਆ। ਬਹੁਤ ਖੂਬ। ਦਰਸ਼ਕੋ, ਅਸੀਂ ਇਸ ਸੈਗਮੈਂਟ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਪਾਲ ਦੀ ਰਚਨਾ ਪ੍ਰਕਿਰਿਆ ਬਾਰੇ ਨੈਟ ਕੇ ਗੱਲ ਕਰਾਂਗੇ। ਸ਼ੁਕਰੀਆ ਪਾਲ ਜੀ ਸਾਡੇ ਸਟੂਡੀਓ 'ਚ ਆਉਣ ਦੇ ਲਈ। ਤੇ ਦਹਲੀਜ਼ ਦੇ ਆਰ ਪਾਰ, ਹਜੇ ਅਸੀਂ ਆਰ ਦੀਆਂ ਗੱਲਾਂ ਕੀਤੀਆਂ ਨੇ ਤੇ ਦਹਲੀਜ਼ ਦੇ ਪਾਰ ਦੀਆਂ ਗੱਲਾਂ ਵੀ ਹੋਣੀਆਂ। ਸ਼ੁਕਰੀਆ ਬਹੁਤ ਬਹੁਤ।